ਵਾਹਿਗੁਰੂ 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 ਵਾਹਿਗੁਰੂ। ਆਓ ਜੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੀ ਚੱਲ ਰਹੀ ਹੈ ਵਿਚਾਰ, ਜੋ ਪੰਜ ਬਾਣੀਆਂ ਨਿਤਨੇਮ ਦੇ ਵਿੱਚੋਂ ਆਪਾਂ ਪ੍ਰਸਾਦ ਸਵਈਏ, ਉਹਨਾਂ ਦੀ 7 ਸਵਈਆਂ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਆਓ ਅੱਜ 8ਵੇਂ ਸਵਈਏ ਦੀ ਆਪਾਂ ਵਿਚਾਰ ਆਰੰਭ ਕਰੀਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ ਕਿ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤਰਲੋਕ ਕੋ ਰਾਜ ਕਰਨਗੇ। ਮਾਨਵ ਕਹਿੰਦੇ ਨੇ ਮਨੁੱਖਾਂ ਨੂੰ, ਇੰਦਰ ਕਹਿੰਦੇ ਨੇ ਦੇਵਤਿਆਂ ਦੇ ਰਾਜੇ ਨੂੰ, ਗਜਿੰਦਰ ਕਹਿੰਦੇ ਨੇ ਵੱਡੇ ਵੱਡੇ ਹਾਥੀਆਂ ਨੂੰ, ਤੇ ਨਰਾਤਪ ਕਹਿੰਦੇ ਨੇ ਮਨੁੱਖਾਂ ਦੇ ਰਾਜਿਆਂ ਨੂੰ, ਤਰਲੋਕ ਕਹਿੰਦੇ ਨੇ 3 ਲੋਕਾਂ ਨੂੰ। ਹੁਣ ਕਲਗੀਧਰ ਪਾਤਸ਼ਾਹ ਇੱਥੇ ਆਪਾਂ ਨੂੰ ਸਮਝਾ ਰਹੇ ਆ ਕਿ ਜਿਹੜੇ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਬਣ ਕੇ 3 ਭਵਨਾਂ ਤੇ ਭਾਵ ਸਾਰੀ ਸ੍ਰਿਸ਼ਟੀ ਦੇ ਉੱਪਰ ਰਾਜ ਕਰਦੇ ਹੋਣ, ਕਰਨ ਦੀ ਸਮਰੱਥਾ ਰੱਖਦੇ ਹਨ ਜਾਂ ਕਰਦੇ ਹਨ, ਤੇ ਅੱਗੇ ਪਾਤਸ਼ਾਹ ਜੀ ਸਮਝਾ ਰਹੇ ਹਨ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੋਮਬਰ ਸਾਜ ਭਰੇਂਗੇ। ਜਿਹੜੇ ਪੁਰਸ਼ ਕਰੋੜਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹੋਣ ਤੇ ਹਾਥੀ ਘੋੜੇ ਗਊਆਂ ਆਦਿਕ ਬ੍ਰਾਹਮਣਾਂ ਨੂੰ ਦਾਨ ਕਰਦੇ ਹੋਣ ਤੇ ਅਨੇਕਾਂ ਤਰ੍ਹਾਂ ਦੇ ਸੋਮਬਰ ਰਚ ਕੇ ਇਸਤਰੀਆਂ ਨੂੰ ਵਰਦੇ ਹੋਣ, ਕਿਉਂਕਿ ਪਹਿਲੇ ਸਮਿਆਂ ਦੇ ਅੰਦਰ ਜਿਹੜੇ ਰਾਜੇ ਮਹਾਰਾਜੇ ਹੁੰਦੇ, ਉਹਨਾਂ ਦੀਆਂ ਜਿਹੜੀਆਂ ਲੜਕੀਆਂ ਹੁੰਦੀਆਂ, ਜਦੋਂ ਉਹਨਾਂ ਨੇ ਸ਼ਾਦੀ ਕਰਵਾਉਣੀ ਹੁੰਦੀ ਆਪਣੇ ਮਨਪਸੰਦ ਦਾ ਵਰ ਚੁਣਨ ਵਾਸਤੇ, ਉਹਨੂੰ ਕਹਿੰਦੇ ਆ ਸੋਮਬਰ। ਤੇ ਉਹ ਬਹੁਤ ਵੱਡਾ ਪ੍ਰੋਗਰਾਮ ਕਰਕੇ ਕੋਈ ਸ਼ਰਤ ਰੱਖੀ ਜਾਂਦੀ, ਜਾਂ ਤਾਂ ਉਹ ਸ਼ਰਤ ਪੂਰੀ ਕਰਨ ਵਾਲੇ ਨਾਲ ਉਹ ਲੜਕੀਆਂ ਸ਼ਾਦੀ ਕਰਦੀਆਂ, ਜਾਂ ਫਿਰ ਜਿਹੜਾ ਉਹਨਾਂ ਦੇ ਪਸੰਦ ਆ ਜਾਂਦਾ ਉਸ ਰਾਜੇ ਨਾਲ ਆਪਦਾ ਵਿਆਹ ਕਰਦੀਆਂ। ਹੁਣ ਕਲਗੀਧਰ ਪਾਤਸ਼ਾਹ ਇੱਥੇ ਸਮਝਾ ਰਹੇ ਹਨ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੋਮਬਰ ਸਾਜ ਭਰੇਂਗੇ। ਜਿਹੜੇ ਪੁਰਸ਼ ਕਰੋੜਾਂ ਤੀਰਥਾਂ ਤੇ ਜਾ ਕੇ, ਜਦੋਂ ਤੀਰਥਾਂ ਦੀ ਗੱਲ ਆਉਂਦੀ ਆ, ਸਤਿਗੁਰੂ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਅੰਦਰ ਸਮਝਾ ਰਹੇ ਹਨ, ਜਿਸ ਤਰ੍ਹਾਂ ਬਹੁਤ ਸਾਰੇ ਜੀਵ ਤੀਰਥਾਂ ਤੇ ਜਾਂਦੇ ਨੇ, ਜਾਣਾ ਮਾੜਾ ਨਹੀਂ ਹੈ, ਤੀਰਥ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ। ਜਾਂ ਜਿਹੜੇ ਇਤਿਹਾਸਕ ਸਥਾਨਾਂ ਤੇ ਆਪਾਂ ਜਾਂਦੇ ਆ, ਉੱਥੋਂ ਇਤਿਹਾਸ ਦੀ ਮਹੱਤਤਾ ਨੂੰ ਵੇਖ ਕੇ ਸਾਨੂੰ ਸਿੱਖਿਆ ਲੈਣੀ ਬਣਦੀ। ਜਿਸ ਤਰ੍ਹਾਂ ਆਪਾਂ ਚਮਕੌਰ ਸਾਹਿਬ ਜਾਈਏ, ਉੱਥੋਂ ਵੱਡੇ ਸਾਹਿਬਜ਼ਾਦਿਆਂ ਦੀ ਜਾਂ ਕਲਗੀਧਰ ਪਾਤਸ਼ਾਹ ਦੇ ਉਹਨਾਂ ਪਿਆਰੇ ਸਿੱਖਾਂ ਦੀ, ਜਿਨ੍ਹਾਂ ਨੇ ਭੁੱਖੇ ਧਿਆਇਆਂ ਨੇ 40 ਦੀ ਗਿਣਤੀ ਦੇ ਅੰਦਰ 1.25 ਲੱਖ 10 ਲੱਖ ਫੌਜ ਦਾ ਮੁਕਾਬਲਾ ਕੀਤਾ। ਆਪਣੇ ਸਰਹੰਦ ਜਾਈਏ, ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ, ਉਹਨਾਂ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰੀਏ, ਤੇ ਫਿਰ ਆਪਦੇ ਮਨ ਦੇ ਅੰਦਰ ਸੋਚੀਏ ਕਿ ਉਹਨਾਂ ਨੇ ਸਾਡੇ ਲਈ ਕਿੱਡੇ ਕਿੱਡੇ ਵੱਡੇ ਉਪਰਾਲੇ ਕੀਤੇ। ਜਿਹੜੇ ਵੀ ਤੀਰਥ ਤੇ ਜਾਣਾ, ਦਰਬਾਰ ਸਾਹਿਬ ਜਾਂਦੇ ਆ, ਸਾਨੂੰ ਹਰਿਮੰਦਰ ਸਾਹਿਬ ਦੀ ਉੱਥੋਂ ਦੇ ਜਿੰਨੇ ਸਿੰਘ ਸ਼ਹੀਦ ਹੋਏ ਨੇ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ, ਜਾਂ ਜਿਹੜੀਆਂ ਉੱਥੇ ਮਹਾਰਾਜ ਦੀਆਂ ਕਲਾ ਵਰਤਦੀਆਂ, ਇਹਨਾਂ ਕਲਾ ਤੋਂ ਸਾਨੂੰ ਸਿੱਖਿਆ ਲੈਣੀ ਬਣਦੀ, ਤਾਂ ਕਿ ਸਾਡੇ ਮਨ ਦੇ ਅੰਦਰ ਪਿਆਰ ਪੈਦਾ ਹੋਵੇ। ਜੇ ਤਾਂ ਇਹ ਜਾ ਕੇ ਇਹ ਦੋਨੇ ਕੰਮ ਅਸੀਂ ਕਰਦੇ ਹਾਂ, ਉੱਥੋਂ ਦੀ ਇਤਿਹਾਸਕ ਮਹੱਤਤਾ ਉੱਥੋਂ ਸਿੱਖਿਆ ਲੈਣੀ, ਅਤੇ ਆਪਣੇ ਅੰਦਰ ਜੋ ਆਤਮ ਤੀਰਥ ਹੈ, ਜਿਹਨੂੰ ਮਹਾਰਾਜ ਸਮਝਾ ਰਹੇ ਹਨ ਸੱਚ ਤਾਂ ਪਰ ਜਾਣੀਏ, ਜੇ ਆਤਮ ਤੀਰਥ ਕਰੇ ਨਿਵਾਸ, ਫੇਰ ਤਾਂ ਇਹ ਸਾਡੇ ਲਈ ਲਾਭਦਾਇਕ ਹੈ ਕਿ ਇਹਨਾਂ ਤੀਰਥਾਂ ਤੇ ਜਾ ਕੇ ਅਸੀਂ ਗਿਆਨ ਲੈਣਾ। ਕਿਉਂਕਿ ਪਹਿਲੇ ਸਮਿਆਂ ਦੇ ਅੰਦਰ ਪ੍ਰਚਾਰ ਦਾ ਸਾਧਨ ਹੁੰਦੇ ਤੀਰਥਾਂ ਦੇ ਤੱਟ, ਤੀਰਥਾਂ ਦੇ ਕਿਨਾਰੇ, ਉੱਥੇ ਸਾਧੂ ਮਹਾਤਮਾ ਲੋਕ ਬਹਿੰਦੇ ਤੇ ਲੋਕ ਉਹਨਾਂ ਤੋਂ ਸਿੱਖਿਆ ਲੈ ਕੇ ਆਉਂਦੇ। ਫੇਰ ਤਾਂ ਸਾਡੇ ਲਈ ਇਹ ਤੀਰਥਾਂ ਤੇ ਜਾਣਾ ਚੰਗਾ। ਜੇ ਅਸੀਂ ਇਹ ਸਿੱਖਿਆ ਨਹੀਂ ਲੈਂਦੇ ਤੇ ਕੁਝ ਸੋਝੀ ਨਹੀਂ ਲੈਂਦੇ,
ਸਿਰਫ ਇੱਕ ਜਿਵੇਂ ਆਪਾਂ ਮੰਨ ਲੈਂਦੇ ਆ ਵੀ ਆਪਦਾ ਸੈਰ ਸਪਾਟਾ ਵਗੈਰਾ ਜਾਂਦੇ ਆ ਜਾਂ ਮਨੋਰੰਜਨ ਜਿਹਾ ਬਣਾ ਲੈਂਦੇ ਆ। ਫਿਰ ਪਾਤਸ਼ਾਹ ਇਹ ਵੀ ਸਮਝਾਉਂਦੇ ਨੇ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੁੱਲ ਲੱਥੀ ਨਹਾਤਿਆਂ ਦੋਏ ਭੁੱਲ ਚੜੀ ਇਸ ਹੋਰ। ਜੇ ਤੀਰਥਾਂ ਤੇ ਜਾ ਕੇ ਸਾਡੇ ਮਨ ਦੇ ਅੰਦਰ ਮੋੜ ਨਹੀਂ ਆਉਂਦਾ ਤਾਂ ਸਮਝੋ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਜਿਸ ਤਰ੍ਹਾਂ ਇੱਕ ਵੇਲੇ ਦੀ ਗੱਲ ਆ, ਭਗਤ ਕਬੀਰ ਜੀ ਕੋਲੇ ਇੱਕ ਜੱਥਾ ਆਇਆ ਜਿਹੜਾ ਤੀਰਥਾਂ ਤੇ ਜਾ ਰਿਹਾ ਸੀ ਤੇ ਉਹਨਾਂ ਨੇ ਭਗਤ ਕਬੀਰ ਜੀ ਦੇ ਵਿਚਾਰ ਸੁਣੇ। ਭਗਤ ਕਬੀਰ ਜੀ ਦਾ ਇੱਕ ਚੇਲਾ, ਉਹਦੇ ਮਨ ਦੇ ਅੰਦਰ ਵੀ ਵਿਚਾਰ ਬਣ ਗਈ ਕਿ ਮੈਂ ਵੀ ਤੀਰਥਾਂ ਤੇ ਜਾਵਾਂ। ਉਹਨੇ ਭਗਤ ਕਬੀਰ ਜੀ ਨੂੰ ਬੇਨਤੀ ਕੀਤੀ, ਕਹਿੰਦਾ ਜੀ ਮੇਰਾ ਵੀ ਦਿਲ ਕਰਦਾ ਜਾਣ ਨੂੰ। ਭਗਤ ਜੀ ਕਹਿੰਦੇ ਭਾਈ ਤੁਸੀਂ ਵੀ ਜਾਇਓ। ਪਰ ਉਹਨਾਂ ਨੂੰ ਸਮਝਾਉਣ ਵਾਸਤੇ ਇੱਕ ਲੌਕੀ ਕੌੜ ਤੁੰਮੀ ਫੜਾਤੀ ਵੀ ਜਿੱਥੇ ਜਿੱਥੇ ਤੁਸੀਂ ਇਸ਼ਨਾਨ ਕਰੋਗੇ ਉੱਥੇ ਉੱਥੇ ਇਹਦਾ ਵੀ ਕਰਵਾਉਣਾ। ਸਮਾਂ ਪਾ ਕੇ ਜਦੋਂ ਸਾਰੇ ਤੀਰਥਾਂ ਤੋਂ ਵਾਪਸ ਆਏ, ਭਗਤ ਜੀ ਕਹਿੰਦੇ ਆ ਗਏ ਭਾਈ, ਕਰਿਆ ਇਸ਼ਨਾਨ? ਉਹ ਕਹਿੰਦੇ ਜੀ ਆ ਗਏ। ਕਹਿੰਦੇ ਆ ਲੌਕੀ ਦਾ ਇਸ਼ਨਾਨ ਕਰਾਇਆ? ਕਹਿੰਦੇ ਜੀ ਕਰਵਾਇਆ। ਕਹਿੰਦੇ ਹੁਣ ਇਉਂ ਕਰੋ, ਇਹਨੂੰ ਕੱਟ ਕੇ ਇਹਦਾ ਪ੍ਰਸ਼ਾਦ ਸਾਰੀ ਸੰਗਤ ਨੂੰ ਵੰਡ ਦਿਓ। ਜਦੋਂ ਉਹ ਕੱਟ ਕੇ ਪ੍ਰਸ਼ਾਦ ਵੰਡਿਆ, ਉਹ ਕੌੜੀ ਦੀ ਕੌੜੀ। ਸੰਗਤ ਹੈਰਾਨ ਹੋਈ, ਕਾਰਨ ਪੁੱਛਿਆ ਭਗਤ ਜੀ ਨੂੰ, ਕਹਿੰਦੇ ਜੀ ਇਹ ਤਾਂ ਕੌੜੀ ਆ। ਭਗਤ ਜੀ ਕਹਿੰਦੇ ਜੀ ਇਸੇ ਕਰਕੇ ਤਾਂ ਤੁਹਾਨੂੰ ਸਮਝਾਇਆ, ਦੇਖੋ ਇਹਦਾ ਇਸ਼ਨਾਨ ਵੀ ਕਰਾ ਲਿਆਈ ਤੇ ਇਹਨੇ ਆਪਦਾ ਸੁਭਾਅ ਨਹੀਂ ਛੱਡਿਆ ਕੜਤਣ ਵਾਲਾ। ਲੌਕੀ 68 ਤੀਰਥ ਨਹਾਈ, ਕੌੜਾ ਪਨ ਤਉ ਨਾ ਜਾਈ। ਇਸੇ ਕਰਕੇ ਭਾਈ ਤੁਹਾਨੂੰ ਸਿੱਖਿਆ ਦੇਣ ਵਾਸਤੇ ਭਗਤ ਜੀ ਕਹਿੰਦੇ ਇਹ ਕੀਤਾ। ਆਪਾਂ ਖੇਡ ਰਚਾਇਆ ਵੀ ਜੇ ਇਨਸਾਨ ਵੀ ਸਿਰਫ ਤੀਰਥਾਂ ਤੇ ਜਾਂਦਾ, ਉਹਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ ਤੇ ਉਹ ਇਕੱਲੇ ਤਨ ਦਾ ਇਸ਼ਨਾਨ ਹੀ ਕਰਾਈ ਜਾਂਦਾ, ਫਿਰ ਕੋਈ ਬਹਿਤਾ ਸੌਦਾ ਹੋਣ ਵਾਲਾ ਨਹੀਂ। ਇਸੇ ਤਰ੍ਹਾਂ ਹੁਣ ਕਲਗੀਧਰ ਪਾਤਸ਼ਾਹ ਇੱਥੇ ਸਮਝਾ ਰਹੇ ਆ, ਕੋਟ ਇਸ਼ਨਾਨ ਕਰੋੜਾ ਇਸ਼ਨਾਨ ਕਰੇ, ਕਾ ਜਾਦਕ ਦਾਨ ਹਾਥੀ ਘੋੜੇ ਗਊਆਂ ਆਦਿਕ ਦਾਨ ਕਰਦਾ ਹੋਵੇ। ਸਵੰਬਰ ਜਾ ਕੇ ਆਪਣੇ ਉਹ ਸ਼ਾਦੀਆਂ ਕਰਦੇ ਹੋਣ, ਇਸਤਰੀਆਂ ਨੂੰ ਵਰਦੇ ਹੋਣ। ਅੱਗੇ ਹੋਰ ਵੀ ਸਮਝਾ ਰਹੇ ਆ, ਕਹਿੰਦੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। ਇੰਨੇ ਵੱਡੇ ਰਾਜਿਆਂ ਤੋਂ ਇਲਾਵਾ ਬ੍ਰਹਮਾ ਜੀ ਵਰਗੇ, ਸ਼ਿਵ ਜੀ ਵਰਗੇ, ਵਿਸ਼ਨੂੰ ਤੇ ਦੇਵਤਿਆਂ ਦੇ ਰਾਜੇ ਇੰਦਰ ਵਰਗੇ ਵੀ ਅੰਤ ਨੂੰ ਜਮਾਂ ਦੀ ਫਾਹੀ ਚ ਫਸਦੇ ਨੇ। ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਦੇ ਘਰ ਨੇ ਸਾਨੂੰ ਇਹ ਗਿਆਨ ਦਿੱਤਾ ਕਿ 84 ਲੱਖ ਜੂਨ ਤੋਂ ਉੱਪਰ ਹੈ ਮਾਨਸ ਦਾ ਜੰਮ। ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਨੇ। ਕਾਰਨ ਕੀ ਹੈ? ਕਿਉਂਕਿ ਹੋਰ ਕਿਸੇ ਜਾਮੇ ਦੇ ਅੰਦਰ ਇਨਸਾਨ ਪਰਮਾਤਮਾ ਚ ਅਭੇਦ ਨਹੀਂ ਹੋ ਸਕਦਾ, ਆਪਣਾ ਜੰਮਣ ਮਰਨ ਨਹੀਂ ਕੱਟ ਸਕਦਾ। ਜਿਸ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਚ ਆਪਾਂ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਜੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਤੇ ਉਹ ਵੱਡੇ ਤਿੰਨ ਦੇਵਤੇ ਵੀ ਉਸ ਪ੍ਰਭੂ ਪਰਮਾਤਮਾ ਨੂੰ ਵੇਖ ਨਹੀਂ ਸਕਦੇ। ਇੱਕ ਮਨੁੱਖ ਹੀ ਹੈ ਜਿਹੜਾ ਇਸ ਮਾਨਸ ਜਾਮੇ ਦੇ ਅੰਦਰ, ਜਿਹਨੂੰ ਇਹ ਮਾਨਸ ਦੀ ਕਾਇਆ ਦਾ ਕੱਪੜ ਮਿਲਿਆ, ਉਹ ਉਸ ਮਾਲਕ ਦੇ ਅੰਦਰ ਅਭੇਦ ਹੋ ਕੇ ਆਪਣਾ ਆਵਾਗਮਨ ਦਾ ਚੱਕਰ ਸਮਾਪਤ ਕਰ ਸਕਦਾ। ਹੁਣ ਪਾਤਸ਼ਾਹ ਇੱਥੇ ਸਮਝਾ ਰਹੇ ਹਨ, ਬ੍ਰਹਮ ਮਹੇਸ਼ਰ ਬਿਸ਼ਨ ਸਤੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫਿਰਨਾ ਦੇਹ ਤਰੇਂਗੇ। ਜਿਹੜੇ ਆਦਮੀਆਂ ਨੇ, ਜਿਹੜੇ ਮਨੁੱਖਾਂ ਨੇ ਮਾਇਆ ਦਾ ਪਤੀ ਜੋ ਪਰਮਾਤਮਾ ਹੈ, ਉਹਦੇ ਚਰਨਾਂ ਦੇ ਨਾਲ ਉਸ ਭਗਤੀ ਮਾਰਗ ਤੇ ਚੱਲ ਕੇ ਉਹਦੇ ਚਰਨਾਂ ਦੀ ਸੇਵਾ ਕਰਦੇ ਨੇ, ਉਹਦੇ ਚਰਨਾਂ ਨਾਲ ਜੁੜਨਾ ਸਿੱਖ ਲੈਂਦੇ ਨੇ। ਇੱਥੇ ਆਪਾਂ ਇਹ ਵੀ ਵਿਚਾਰ ਸਾਂਝੀ ਕਰ ਲਈਏ, ਕਿਉਂਕਿ ਅੱਜ ਕੱਲ ਕਈ ਵਾਰ ਵਿਚਾਰ ਬਣ ਜਾਂਦਾ ਮਨ ਦੇ ਅੰਦਰ ਕਿ ਪਰਮਾਤਮਾ ਦਾ ਤਾਂ ਕੋਈ ਆਕਾਰ ਨਹੀਂ ਹੈ, ਨਿਰੰਕਾਰ, ਤੇ ਉਹਦੇ ਫਿਰ ਚਰਨ ਕਿਹੜੇ ਨੇ? ਗੁਰੂ ਪਿਆਰੀ ਸਾਧ ਸੰਗ ਪ੍ਰਮਾਤਮਾ ਦੇ ਚਰਨ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਮੁਖ ਚੋਂ ਪੈਦਾ ਹੋਈ ਆਵਾਜ਼, ਜਿਹਨੂੰ ਗੁਰਬਾਣੀ ਅੰਦਰ ਸਤਨਾਮ ਦਾ ਨਾਮ ਦਿੱਤਾ ਗਿਆ,
ਜਿਹਨੂੰ ਗੁਰਬਾਣੀ ਅੰਦਰ ਨਾਦ ਦਾ ਨਾਮ ਦਿੱਤਾ ਗਿਆ, ਸੱਚੇ ਸ਼ਬਦ ਦਾ ਨਾਮ ਦਿੱਤਾ ਗਿਆ। ਜਦੋਂ ਇਨਸਾਨ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣਦਾ ਹੋਇਆ ਗੁਰਮੰਤਰ ਦਾ ਅਭਿਆਸ ਕਰਦਾ ਕਰਦਾ ਇਹ 9 ਦੁਆਰਿਆਂ ਤੋਂ ਸੁਰਤੀ ਨੂੰ ਉੱਪਰ ਚੁੱਕ ਲੈਂਦਾ, 10ਵੇਂ ਦੁਆਰੇ ਦੇ ਅੰਦਰ ਪਹੁੰਚਦਾ, ਉਦੋਂ ਫਿਰ ਸਾਡੇ ਅੰਦਰ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਡਾ ਮਨ ਜੁੜਨਾ ਸ਼ੁਰੂ ਹੁੰਦਾ ਤੇ ਨਾਲ ਹੀ ਉਹ ਚਰਨਾਂ ਦੀ ਚਰਨਾਮਤ ਰਸਾਇਣ, ਕਿਉਂਕਿ ਰਸਾਂ ਦੀ ਖਾਣ, ਉਹ ਸਾਡੇ ਮਨ ਦੀ ਖੁਰਾਕ ਸਾਨੂੰ ਮਿਲਣੀ ਪੈਦਾ ਸ਼ੁਰੂ ਹੁੰਦੀ, ਜਿਹਨੂੰ ਗੁਰਬਾਣੀ ਦੇ ਅੰਦਰ ਬ੍ਰਹਮ ਰਸ ਨਾਮ ਰਸ ਦੇ ਨਾਂ ਦਿੱਤੇ ਗਏ ਨੇ। ਇਹਦੇ ਬਾਰੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਸਮਝਾ ਰਹੇ ਹਨ। ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ 10ਵੇਂ ਦੁਆਰ ਬਾਜਿਓ ਤੇ ਅੰਮ੍ਰਿਤ ਨਾਮ ਚੁਆਇਆ ਥਾ। ਨਾਲ ਹੀ ਸਾਡੇ ਅੰਦਰੋਂ ਸਾਡੇ ਮਨ ਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ ਤੇ ਸੁਰਤੀ ਸਾਡੀ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਚਰਨਾਂ ਦੇ ਨਾਲ ਜੁੜ ਕੇ ਹੀ ਸਾਡੀ ਸੁਰਤ ਨੇ, ਸਾਡੇ ਮਨ ਨੇ ਉਸ ਆਪਣੇ ਮਾਲਿਕ ਨਿਰੰਕਾਰ ਦੇ ਅੰਦਰ ਅਭੇਦ ਹੋਣਾ ਹੁੰਦਾ। ਤੇ ਜਿਹੜੇ ਫਿਰ ਇਸ ਅਵਸਥਾ 'ਚ ਪਹੁੰਚ ਗਏ, ਪਾਤਸ਼ਾਹ ਸਮਝਾ ਰਹੇ ਹਨ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਨਰ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫਿਰ ਨਾ ਦੇਹ ਧਰੇਂਗੇ, ਉਹਨਾਂ ਦਾ ਜਨਮ ਮਰਨ ਕੱਟਿਆ ਜਾਵੇਗਾ, ਮੁਕਤ ਹੋ ਜਾਣਗੇ। ਹੁਣ ਅਗਲੇ ਸਵਈਏ ਦੇ ਅੰਦਰ ਪਾਤਸ਼ਾਹ ਭਰਮ ਦਾ ਜਿਹੜਾ ਪਖੰਡ ਹੈ ਉਹਨੂੰ ਦੂਰ ਕਰ ਰਹੇ ਆ। ਮਹਾਰਾਜ ਜੀ ਕਹਿੰਦੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਕਿਉਂਕਿ ਧਰਮ ਦੇ ਨਾਂ ਤੇ ਬਹੁਤ ਸਾਰਾ ਪਖੰਡ ਵੀ ਚੱਲਦਾ। ਕਈ ਇਨਸਾਨ ਬਾਹਰੋਂ ਬੜੀਆਂ ਅੱਖਾਂ ਬੰਦ ਕਰਕੇ ਬੈਠਦੇ ਨੇ ਤੇ ਲੋਕਾਂ ਨੂੰ ਧੋਖਾ ਦਿੰਦੇ ਨੇ ਕਿ ਸਾਡੀ ਸਮਾਧੀ ਲੱਗਦੀ ਆ, ਅਸੀਂ ਪਰਮਾਤਮਾ ਨਾਲ ਜੁੜ ਜਾਂਦੇ ਆ। ਐਸਾ ਨਹੀਂ ਹੁੰਦਾ। ਉਹ ਸਿਰਫ ਅੱਖਾਂ ਬੰਦ ਕਰਕੇ ਉਹਨਾਂ ਦੀ ਬਗਲੇ ਵਰਗੀ ਸਮਾਧੀ ਪਾਤਸ਼ਾਹ ਨੇ ਦੱਸਿਆ। ਜਿਵੇਂ ਬਗਲਾ ਉਹ ਨੇਤਰ ਬੰਦ ਕਰਕੇ ਪਾਣੀ 'ਚ ਖੜ ਜਾਂਦਾ, ਥੋੜੇ ਜਿਹੇ ਖੁੱਲੇ ਰੱਖਦਾ ਤੇ ਪਾਣੀ 'ਚ ਰਹਿਣ ਵਾਲੇ ਜਿਹੜੇ ਜੀਵ ਨੇ ਉਹਨੂੰ ਭਗਤ ਸਮਝ ਕੇ ਉਹਦੀ ਸ਼ਰਨ 'ਚ ਆਉਂਦੇ ਨੇ ਤੇ ਉਹ ਆਪਦੀ ਉਹਨਾਂ ਨੂੰ ਖੁਰਾਕ ਬਣਾ ਲੈਂਦਾ। ਇਸੇ ਤਰ੍ਹਾਂ ਜਿਹੜਾ ਧਰਮ ਦੇ ਨਾਂ ਤੇ ਪਖੰਡੀ ਲੋਕ ਨੇ, ਉਹ ਭੋਲੇ ਭਾਲੇ ਲੋਕਾਂ ਨੂੰ ਆਪਦੇ ਜਾਲ 'ਚ ਫਸਾਉਣ ਵਾਸਤੇ, ਉਹਨਾਂ ਨੂੰ ਲੁੱਟਣ ਵਾਸਤੇ, ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਪਖੰਡ ਕਰਦੇ ਨੇ ਕਿ ਅਸੀਂ ਨੇਤਰ ਬੰਦ ਕਰਕੇ ਸਮਾਧੀ ਲੀਨ ਹੋਏ ਬੈਠੇ ਹਾਂ। ਪਰ ਉਹਨਾਂ ਦੀ ਜਿਹੜੀ ਸੁਰਤ ਹੈ, ਮਨ ਹੈ, ਉਹ ਵਿਚਾਰਾਂ ਦਾ ਚੋਗਾ ਚੁਗ ਰਹੀ ਹੁੰਦੀ ਹੈ, ਮਾੜੇ ਚੰਗੇ ਵਿਚਾਰਾਂ ਦਾ ਚੋਗਾ ਚੁਗ ਰਹੀ ਹੈ। ਹੁਣ ਪਾਤਸ਼ਾਹ ਇੱਥੇ ਇਹਨਾਂ ਗੱਲਾਂ ਦਾ ਖੰਡਨ ਕਰ ਰਹੇ ਆ। ਕਹਾਂ ਭਿਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਕਹਿੰਦੇ ਕੀ ਹੋ ਗਿਆ ਜੇ ਤੂੰ ਬਗਲੇ ਵਾਂਗ ਧਿਆਨ ਲਾ ਕੇ ਬੈਠ ਗਿਆ। ਇਸੇ ਕਰਕੇ ਗੁਰਮੁਖ ਪਿਆਰਿਓ, ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਕਿ ਜਦੋਂ ਤੁਸੀਂ ਨੇਤਰ ਬੰਦ ਕਰਕੇ ਬੈਠਣਾ, ਤੁਹਾਡੀ ਸੁਰਤੀ ਵਿਚਾਰਾਂ ਦਾ ਚੋਗਾ ਨਾ ਚੁਗੇ, ਵਿਚਾਰਾਂ 'ਚ ਨਾ ਦੌੜੇ, ਤੁਹਾਡੀ ਬਗਲੇ ਵਾਲੀ ਸਮਾਧੀ ਨਾ ਬਣੇ, ਤੁਹਾਡੀ ਪ੍ਰਮਾਤਮਾ ਨਾਲ ਸੁਰਤ ਜੁੜੇ। ਤੁਸੀਂ ਨਾਲ ਬੋਲਣਾ ਵਾਹਿਗੁਰੂ ਵਾਹਿਗੁਰੂ, ਤਾਂ ਕਿ ਧਿਆਨ ਤੁਹਾਡਾ ਜੁੜਦਾ ਰਹੇ। ਇਹਨੂੰ ਸੱਚੀ ਸਮਾਧੀ ਕਹਿੰਦੇ ਨੇ। ਤੇ ਜੇ ਸਾਡਾ ਮਨ ਨਹੀਂ ਟਿਕਿਆ, ਇਹਨੂੰ ਬਗਲੇ ਦੀ ਸਮਾਧੀ ਕਹਿੰਦੇ ਨੇ। ਉੱਥੇ ਪਾਤਸ਼ਾਹ ਸਮਝਾ ਰਹੇ ਹਨ, ਹਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਭਾਵੇਂ ਕਹਿੰਦੇ ਤੀਰਥਾਂ ਦੇ ਜਾ ਕੇ 7 ਸਮੁੰਦਰਾਂ ਦੇ ਅੰਦਰ ਇਸ਼ਨਾਨ ਕਰਦੇ ਫਿਰੋ, ਜੇ ਤੁਹਾਡੀ ਬਗਲੇ ਵਰਗੀ ਸਮਾਧੀ ਹੈ, ਤੁਹਾਡੇ ਮਨ ਦਾ ਸਫਾਈ ਨਹੀਂ, ਜੇ ਤੁਹਾਡੇ ਮਨ ਤੇ ਵਿਕਾਰਾਂ ਦੀ ਮੈਲ ਹੈ, ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਤੇ ਜਗਤ ਭਰਮ ਭੁਲਾਇਆ ਬਿਰਲਾ ਬੂਝੈ ਕੋਈ। ਜੇ ਮਨ ਦੀ ਸਫਾਈ ਨਹੀਂ, ਤਨ ਨੂੰ ਜਿੰਨਾ ਮਰਜੀ ਨਿਰਮਲ ਕਰੀ ਚੱਲੋ, ਬਾਹਰੋਂ ਧੂਤੀ ਤੁੰਬੜੀ ਅੰਦਰ ਵੈਸਨ ਕੋਰ। ਪਾਤਸ਼ਾਹ ਨੇ ਬੜੇ ਸ਼ਬਦ ਗੁਰਬਾਣੀ ਦੇ ਅੰਦਰ ਆਪਾਂ ਨੂੰ ਸਮਝਾਏ ਨੇ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 8 ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਜੇ ਮਨ ਦਾ ਇਸ਼ਨਾਨ ਕਰਾਉਣਾ ਨਹੀਂ ਸਿੱਖਿਆ, ਜੋ ਰੋਜ਼ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ।
ਤਾਂ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਫੇਲ, ਲੋਕ ਵੀ ਗਿਆ ਤੇ ਪਰਲੋਕ ਵੀ ਗਵਾ ਲਿਆ। ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਪਾਤਸ਼ਾਹ ਹੁਣ ਸਮਝਾ ਰਹੇ ਆ, ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤਾਂ ਛੱਡ ਚੁੱਕਿਆ, ਪਰਮਾਤਮਾ ਦਾ ਪ੍ਰੇਮ ਮਨ ਦੇ ਅੰਦਰ ਪੈਦਾ ਹੋਇਆ ਨਹੀਂ ਤੇ ਪਰਮਾਤਮਾ ਦਾ ਮਨ ਦੇ ਅੰਦਰ ਡਰ ਨਹੀਂ, ਸਾਰੀ ਉਮਰ ਸਾਰੀ ਜ਼ਿੰਦਗੀ ਹਰ ਰੋਜ਼ ਜਿੰਨਾ ਚਿਰ ਇਹ ਜਾਗਦਾ ਉਹਨਾਂ ਚਿਰ ਜਿਹੜਾ ਵਾਸ ਹੈ ਸੁਰਤੀ ਦਾ ਕਿੱਥੇ ਰਹਿੰਦਾ, ਵਿਸ਼ਿਆਂ ਵਿਕਾਰਾਂ ਦੇ ਅੰਦਰ ਖਚਤ ਰਹਿੰਦਾ। ਇਹ ਹੁਣ ਆਪਾਂ ਸਾਰਿਆਂ ਨੇ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲੈਣੀ ਹੈ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਮਨ ਦੀ ਅਵਸਥਾ ਕਿਹੋ ਜਿਹੀ ਹੈ, ਕਿਹੋ ਜਿਹੇ ਵਿਚਾਰ ਆਪਣੇ ਮਨ ਦੇ ਅੰਦਰ ਚੱਲਦੇ ਆ। ਕਿਉਂਕਿ ਜਿੰਨਾ ਚਿਰ ਸਵੈ ਪੜਚੋਲ ਆਪਾਂ ਨਹੀਂ ਕਰਾਂਗੇ ਉਹਨਾਂ ਚਿਰ ਭੇਦ ਨਹੀਂ ਆਵੇਗਾ। ਇਸ ਕਰਕੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ ਕਿ ਤੁਸੀਂ ਆਪਦੇ ਜੀਵਨ ਦੀ ਸਵੈ ਪੜਚੋਲ ਕਰਦੇ ਰਹੋ। ਫਰੀਦਾ ਜੀ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨੜੇ ਗਰੀਵਾਨ ਮੇ ਸਿਰ ਨੀਵਾ ਕਰ ਦੇਖ। ਜਦੋਂ ਅਸੀਂ ਆਪਦੇ ਅੰਦਰ ਝਾਤੀ ਮਾਰਾਂਗੇ, ਭਾਈ ਸਾਹਿਬ ਆਪਾਂ ਨੂੰ ਸਮਝਾਉਂਦੇ ਰਹੇ ਕਿ ਅਸੀਂ ਔਗੁਣ ਆਪਦੇ ਵੇਖਣੇ ਆ ਤੇ ਦੂਸਰਿਆਂ ਦੇ ਗੁਣ ਵੇਖਣੇ ਆ। ਜਿੱਦੇ ਇਹ ਸਾਡੇ ਮਨ ਦੀ ਅਵਸਥਾ ਗੁਰਮੁਖੋਂ ਬਣ ਗਈ, ਉਹਦੇ ਸਾਡਾ ਜਿਹੜਾ ਰਸਤਾ ਹੈ ਹੋਰ ਸਾਫ਼ ਹੋਣਾ ਸ਼ੁਰੂ ਹੋ ਜਾਊਗਾ। ਜੇ ਅਸੀਂ ਧਰਮ ਦੇ ਕਰਮ ਵੀ ਕਰੀ ਜਾਂਦੇ ਆ ਤੇ ਸਾਡਾ ਜਿਹੜਾ ਵਾਸ ਹੈ, ਸਾਡੀ ਸੁਰਤੀ ਹੈ, ਉਹ ਪ੍ਰਮਾਤਮਾ ਦੀ ਭਗਤੀ ਛੱਡਤੀ, ਉਹ ਮਾਲਕ ਦੇ ਨਾਲ ਜੁੜਦੀ ਨਹੀਂ, ਉਹਦੇ ਨਾਲ ਪ੍ਰੇਮ ਨਹੀਂ ਹੈ, ਉਹਦਾ ਭਾਵ ਨਹੀਂ ਹੈ, ਤਾਂ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਇਸ ਵਿਧੀ ਨਾਲ ਚੱਲਦੇ ਚੱਲਦੇ ਸਾਰੀ ਆਪਣੇ ਸਮੇਂ ਨੂੰ ਵਿਅਰਥ ਗਵਾ ਲਿਆ। ਪਾਤਸ਼ਾਹ ਨੂੰ ਬੇਨਤੀ ਕੀਤੀ ਫਿਰ ਸਿੱਖਾਂ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਵੇਂ ਅਸੀਂ ਆਪਦੇ ਜੀਵਨਤਾ ਦੀ ਸਫਲਤਾ ਹਾਸਲ ਕਰੀਏ। ਬੜਾ ਮਾਇਆ ਦਾ ਜਾਲ ਹੈ ਜਿਹੜੀ ਨਹੀਂ ਨਿਕਲ ਦਿੰਦੀ। ਦ੍ਰਿਸ਼ਟਮਾਨ ਮਾਇਆ ਤੋਂ ਖੇੜਾ ਛਡਵਾਉਂਦੇ ਆ ਤਾਂ ਸੂਖਮ ਮਾਇਆ ਨਹੀਂ ਸਾਡਾ ਖੇੜਾ ਛੱਡਦੀ, ਕਿਉਂਕਿ ਇਹ ਜਿਹੜੀ ਵਿਚਾਰਾਂ ਦੀ ਮਾਇਆ ਇਹਨੂੰ ਸੂਖਮ ਮਾਇਆ ਕਹਿੰਦੇ ਨੇ, ਜਿਹੜੀ ਬਿਨਾਂ ਦੰਦਾਂ ਤੋਂ ਸਾਰੇ ਸੰਸਾਰ ਨੂੰ ਖਾ ਰਹੀ ਹੈ। ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਤਾਂ ਕਲਗੀਧਰ ਪਾਤਸ਼ਾਹ ਫਿਰ ਸਮਝਾ ਰਹੇ ਆ, ਕਹਿੰਦੇ ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਾਤਸ਼ਾਹ ਕਹਿੰਦੇ ਭਾਈ ਸੁਣੋ, ਹੇ ਪਿਆਰਿਓ ਸੁਣੋ, ਮੈਂ ਸੱਚ ਕਹਿੰਦਾ ਹਾਂ, ਬੜੇ ਧਿਆਨ ਨਾਲ ਇਸ ਗੱਲ ਨੂੰ ਆਪਦੇ ਹਿਰਦੇ 'ਚ ਵਸਾਓ। ਇਹ ਫੋਕਟ ਕਰਮਾਂ ਕਰਨ ਨਾਲ ਜਾਂ ਸੰਸਾਰਕ ਰਸਾਂ 'ਚ ਮਸਤ ਰਹਿਣ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰਭੂ ਉਹਨਾਂ ਨੂੰ ਮਿਲਦਾ ਜਿਸ ਨੇ ਅਕਾਲ ਪੁਰਖ ਅਤੇ ਉਸਦੇ ਬਣਾਏ ਹੋਏ ਜੀਵਾਂ ਦੇ ਨਾਲ ਪਿਆਰ ਕੀਤਾ, ਜਿਹਨੇ ਦਇਆ ਕੀਤੀ, ਕਿਉਂਕਿ ਧੌਲ ਧਰਮ ਦਇਆ ਕਾ ਭੂਤ, ਜਿਹਨੇ ਆਪਦੇ ਮਨ ਨੂੰ ਇੰਨਾ ਨਿਰਮਲ ਕਰ ਲਿਆ ਕਿ ਸਾਰੇ ਸੰਸਾਰ ਦੇ ਜਿਹੜੇ ਸਾਰਾ ਸੰਸਾਰ ਹੈ ਦ੍ਰਿਸ਼ਟਮਾਨ, ਇਹਨੂੰ ਪਰਮਾਤਮਾ ਦਾ ਰੂਪ ਸਮਝਣਾ ਸ਼ੁਰੂ ਕਰਤਾ। ਜੋ ਤੀਸਰੇ ਪਾਤਸ਼ਾਹ ਰੋਜ਼ ਆਪਾਂ ਨੂੰ ਸਮਝਾਉਂਦੇ ਨੇ, ਇਹ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਤਾਂ ਸੰਭਵ ਹੈ ਜੇ ਅਸੀਂ ਸੰਗਤ ਕਰਦੇ ਹਾਂ, ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਾਂ। ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਕਹਿੰਦਾ ਇਹਨੂੰ ਭਲਾ ਕਰਕੇ ਮੰਨਦੇ ਹਾਂ, ਤਾਂ ਇਹ ਚੀਜ਼ਾਂ ਸੰਭਵ ਨੇ। ਜੇ ਅਸੀਂ ਗੁਰਬਾਣੀ ਨੂੰ ਮਨ ਦੇ ਅੰਦਰ ਨਹੀਂ ਵਸਾਉਂਦੇ, ਗੁਰੂ ਦੇ ਬਚਨ ਨਹੀਂ ਮੰਨਦੇ, ਮੰਨਣ ਦਾ ਉਦਮ ਨਹੀਂ ਕਰਦੇ, ਅਰਦਾਸਾਂ ਬੇਨਤੀਆਂ ਜੋਦੜੀਆਂ ਨਹੀਂ ਕਰਦੇ, ਤਾਂ ਸਾਡੀ ਫਿਰ ਜਿਹੜੀ ਹਾਲਤ ਆ ਉਹ ਮਹਾਰਾਜ ਕਹਿੰਦੇ ਲੋਕ ਗਇਓ ਪਰਲੋਕ ਗਵਾਇਓ।
ਤੇ ਜੇ ਸਫਲ ਹੋਣਾ ਚਾਹੁੰਦੇ ਆ, ਪਾਤਸ਼ਾਹ ਕਹਿੰਦੇ ਸਾਚ ਕਹੋ ਸੁਣ ਲਿਖੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਅਖੀਰਲੇ 10ਵੇਂ ਸਵਈਏ ਦੇ ਅੰਦਰ ਹੁਣ ਕਲਗੀਧਰ ਪਾਤਸ਼ਾਹ ਆਪਾਂ ਨੂੰ ਬੜੀ ਗਹਿਰਾਈ ਵਾਲੀ ਵਿਚਾਰ ਸਮਝਾ ਰਹੇ ਆ। ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਹਿੰਦੇ ਕਿਸੇ ਮਨੁੱਖ ਨੇ ਐਸੀ ਧਰਮ ਦੀ ਸਿੱਖਿਆ ਲਈ ਉਹਨੇ ਪੱਥਰ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਸਾਲਗ੍ਰਾਮ ਪੱਥਰ ਦਾ ਬਣਿਆ ਹੋਇਆ ਲੈ ਕੇ ਉਹਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਤੇ ਆਪਦੇ ਦਿਮਾਗ ਦੇ ਅੰਦਰ ਉਹਨੂੰ ਇੰਨਾ ਮੰਨ ਲਿਆ ਕਿ ਇਹ ਪ੍ਰਮਾਤਮਾ ਹੈ। ਤੇ ਕਈਆਂ ਨੇ ਆਪਣੇ ਗਲ ਦੇ ਅੰਦਰ ਸ਼ਿਵਲਿੰਗ ਨੂੰ ਵੀ ਲਟਕਾਇਆ ਹੋਇਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਹੁਣ ਪੱਥਰ ਹੈ, ਪੱਥਰ ਇਨਸਾਨ ਨੂੰ ਤਾਰ ਨਹੀਂ ਸਕਦਾ। ਅਜੇ ਇਨਸਾਨ 'ਚ ਇੰਨੀ ਅੱਜ ਸਾਇੰਸ ਦੀ ਤਰੱਕੀ ਵੱਧ ਗਈ, ਉਹ ਜਹਾਜ਼ਾਂ ਰਾਹੀਂ ਕਿਸ਼ਤੀਆਂ ਰਾਹੀਂ ਪੱਥਰਾਂ ਨੂੰ ਪਾਣੀ ਤੇ ਇੱਕ ਪਾਸਿਓਂ ਦੂਜੇ ਪਾਸੇ ਤਾਰ ਕੇ ਲੈ ਜਾ ਰਿਹਾ। ਪੱਥਰ ਪੂਜਾ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਪੱਥਰ ਤਾਂ ਬੋਲਦਾ ਨਹੀਂ ਹੈ। ਆਪਣਾ ਜਿਹੜਾ ਮਾਲਕ ਪੱਥਰ ਦਾ ਬਣਾਇਆ ਹੋਇਆ ਠਾਕੁਰ ਰੱਬ ਨਹੀਂ ਹੋ ਸਕਦਾ, ਕਿਉਂਕਿ ਬੋਲਦਾ ਨਹੀਂ। ਤੇ ਗੁਰਬਾਣੀ ਅੰਦਰ ਆਪਾਂ ਨੂੰ ਸਮਝਾਇਆ ਠਾਕੁਰ ਹਮਰਾ ਸਦ ਬੋਲੰਤਾ, ਜਿਹੜਾ ਸਾਡਾ ਮਾਲਕ ਹੈ ਉਹ ਸਦਾ ਹੀ ਬੋਲਦਾ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ, ਕਈ ਵਾਰ ਸਾਡੇ ਮਨਾਂ ਦੇ ਅੰਦਰ ਇੱਕ ਧੰਨੇ ਜੱਟ ਦਾ ਬੜਾ ਪ੍ਰਚਾਰ ਕਰ ਦਿੱਤਾ ਗਿਆ ਕਿ ਉਹਨਾਂ ਨੇ ਪੱਥਰ ਦੀ ਪੂਜਾ ਕਰਕੇ ਰੱਬ ਦੀ ਪ੍ਰਾਪਤੀ ਕੀਤੀ। ਉਹ ਵੀ ਆਪਾਂ ਕਿਸੇ ਦਿਨ ਚੱਲਦੀ ਵਿਚਾਰ ਦੇ ਅੰਦਰ ਦੇਖ ਲਾਂਗੇ, ਜਿੱਦੇ ਸਮਾਂ ਮਿਲਿਆ ਕਿ ਸਮਝਣ ਦਾ ਯਤਨ ਕਰਾਂਗੇ ਕਿ ਧੰਨੇ ਜੱਟ ਨੇ ਪੱਥਰ ਪੂਜਾ ਕਰਕੇ ਨਹੀਂ। ਇਹ ਗੱਲ ਨਹੀਂ ਹੈ ਕਿ ਪੱਥਰ ਦੇ ਅੰਦਰ ਪਰਮਾਤਮਾ ਨਹੀਂ ਹੈ, ਉਹ ਜਰੇ ਜਰੇ ਦੇ ਅੰਦਰ ਪੱਥਰਾਂ ਦੇ ਅੰਦਰ ਕੀੜੇ ਨੇ, ਉਹਨਾਂ ਨੂੰ ਵੀ ਖੁਰਾਕ ਦਿੰਦਾ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਪਰ ਰੱਬ ਦੀ ਪ੍ਰਾਪਤੀ ਪੱਥਰ ਪੂਜਾ ਦਾ ਸਾਧਨ ਨਹੀਂ, ਕਿਉਂਕਿ ਗੁਰਬਾਣੀ ਅੰਦਰ ਫੈਸਲੇ ਦਿੱਤੇ ਗਏ ਨੇ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਜੋ ਪਾਥਰ ਕੋ ਕਹਤੇ ਦੇਵ ਤਾਕੀ ਨਿਹਫਲ ਹੋਵਤ ਸੇਵ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਕਿਸੇ ਮਨੁੱਖ ਨੇ ਪੱਥਰ ਦਾ ਬਣਿਆ ਹੋਇਆ ਸਾਲਗ੍ਰਾਮ ਲਿਆ, ਉਹਦੀ ਪੂਜਾ ਕੀਤੀ, ਸਿਰ ਤੇ ਧਾਰਨ ਕੀਤਾ ਤੇ ਉਸ ਪੱਥਰ ਨੂੰ ਆਪਣਾ ਇਸ਼ਟ ਬਣਾਇਆ ਹੋਇਆ। ਕਿਸੇ ਨੇ ਸ਼ਿਵਲਿੰਗ ਲੈ ਕੇ ਆਪਣੇ ਗਲੇ ਦੇ ਅੰਦਰ ਲਟਕਾਇਆ ਹੋਇਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਬਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ। ਮਹਾਰਾਜ ਕਹਿੰਦੇ ਕੋਈ ਇਨਸਾਨ ਪਰਮਾਤਮਾ ਨੂੰ ਦੱਖਣ ਦਿਸ਼ਾ ਵਾਲੀ ਮੰਨਦਾ ਵੀ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲੋ ਮਕਾਮਾ। ਪਾਤਸ਼ਾਹ ਸਮਝਾ ਰਹੇ ਆ, ਦੱਖਣ ਦੇਸ਼ ਵੱਲ ਕੌਣ ਮੰਨਦੇ ਆ? ਜਿਹੜੇ ਸਨਾਤਨ ਮਤ ਵਾਲੇ ਨੇ, ਇਹ ਦੱਖਣ ਦਿਸ਼ਾ ਵੱਲ ਤਾਂ ਪਰਮਾਤਮਾ ਨੂੰ ਮੰਨਦੇ ਨੇ। ਦੱਖਣ ਦੇਸ਼ ਹਰੀ ਕਾ ਵਾਸਾ ਕਿਉਂ ਕਹਿੰਦੇ ਨੇ? ਕਿਉਂਕਿ ਕ੍ਰਿਸ਼ਨ ਜੀ ਦਾ ਨਿਵਾਸ ਸਥਾਨ ਦਵਾਰਕਾ ਨਗਰੀ ਹੈ, ਉਹ ਪ੍ਰਭੂ ਦਾ ਨਿਵਾਸ ਇਸ ਦਿਸ਼ਾ ਵੱਲ ਮੰਨਦੇ ਆ, ਕਿਉਂਕਿ ਦੱਖਣ ਦਿਸ਼ਾ ਵੱਲ ਪੈ ਜਾਂਦਾ ਜਿਹੜਾ ਦਵਾਰਕਾ ਨਗਰੀ ਹੈ। ਤੇ ਕਿਸੇ ਮੁਸਲਮਾਨ ਭਰਾ ਨੇ ਇਹ ਮੰਨ ਲਿਆ, ਕੋ ਪਛਾ ਕੋ ਸੀਸ ਨਵਾਇਓ, ਕਿ ਖੁਦਾ ਦਾ ਨਿਵਾਸ ਪੱਛਮ ਦਿਸ਼ਾ ਵਾਲੇ ਪਾਸੇ ਹੈ, ਕਾਬੇ ਵੱਲ ਹੈ, ਤੇ ਉਹ ਪੱਛਮ ਵਾਲੇ ਪਾਸੇ ਨੂੰ ਸਿਜਦਾ ਕਰਦਾ। ਤੇ ਗੁਰੂ ਨਾਨਕ ਦੇ ਘਰ ਨੇ ਸਾਨੂੰ ਇਹ ਭੇਜ ਦਿੱਤਾ ਕਿ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਤ ਹੋਏ ਪਸਰਿਆ ਕਹੋ ਨਾਨਕ ਦ੍ਰਿਸ਼ਟਾਰ। ਕਿ ਉਹ ਪਰਮਾਤਮਾ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ, ਹਰੇਕ ਜਗ੍ਹਾ ਬਿਨ ਨਾਵੇ ਨਾਹੀ ਕੋ ਥਾਉ। ਪਰ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਕਾਹੂ ਲਖਿਓ ਹਰ ਅਵਾਕੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ।
ਅੱਗੇ ਮਹਾਰਾਜ ਸਮਝਾ ਰਹੇ ਆ, ਕਹਿੰਦੇ ਇੱਥੇ ਬਸ ਨਹੀਂ, ਫਿਰ ਕੋ ਬਹੁਤ ਸਾਰੇ ਲੋਕ ਕੀ ਕਰਦੇ ਆ, ਕੋ ਬਤਾਨ ਕੋ ਪੂਜਤ ਹੈ ਪਸ, ਕੋਈ ਬੁੱਤਾਂ ਨੂੰ ਪੂਜਦਾ, ਕੋਈ ਪਸ਼ੂਆਂ ਦੀ ਪੂਜਾ ਕਰਦਾ, ਤੇ ਕੋਈ ਮਰਿਆ ਹੋਇਆਂ ਦੀ ਪੂਜਾ ਕਰਦੇ ਨੇ। ਪਸ਼ੂ ਵਿਅਕਤੀ ਵਾਲੇ ਮਹਾਰਾਜ ਸਮਝਾ ਰਹੇ ਆ, ਕੋਈ ਪੱਥਰ ਦੀਆਂ ਬਣੀਆਂ ਮੂਰਤੀਆਂ ਨੂੰ ਪੂਜਦਾ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ, ਕੋਈ ਮਰਿਆ ਹੋਇਆਂ ਨੂੰ ਪੂਜਦਾ। ਤੇ ਮਹਾਰਾਜ ਨੂੰ ਫਿਰ ਪੁੱਛਿਆ, ਕਹਿੰਦੇ ਸੱਚੇ ਪਾਤਸ਼ਾਹ ਇਹ ਕਿਉਂ ਲੋਕ ਇਹ ਗਲਤ ਵਹਿਮਾਂ 'ਚ ਚਲੇ ਗਏ, ਕੋਈ ਪੱਥਰ ਦੀ ਪੂਜਾ ਕਰਦਾ, ਕੋਈ ਬੁੱਤਾਂ ਨੂੰ ਪੂਜਦਾ, ਕੋਈ ਪਸ਼ੂਆਂ ਨੂੰ ਪੂਜਦਾ, ਕੋਈ ਮਰਿਆ ਹੋਇਆਂ ਦੀ ਪੂਜਾ ਕਰਦਾ। ਤਾਂ ਕਲਗੀਧਰ ਪਾਤਸ਼ਾਹ ਨੇ ਫਿਰ ਰਿਜ਼ਲਟ ਕੱਢ ਕੇ ਸਾਨੂੰ ਸਮਝਾਇਆ, ਕਹਿੰਦੇ ਕੂਰ ਕਿਰਿਆ ਔਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਸਾਰਾ ਸੰਸਾਰ ਅਗਿਆਨਤਾ ਦੇ ਹਨੇਰੇ 'ਚ ਝੂਠ ਦੀ ਕਿਰਿਆ ਦੇ ਅੰਦਰ ਉਲਝ ਗਿਆ। ਕੂਰ ਕਿਰਿਆ ਉਰਜਿਓ, ਜਿਵੇਂ ਪਹਿਲੇ ਸਮਿਆਂ ਦੇ ਅੰਦਰ ਆਪਾਂ ਵੇਖਦੇ ਲੋਕ ਜਲਾਹੇ ਤਾਣੀਆਂ ਬੁਣਦੇ ਹੁੰਦੇ, ਭਗਤ ਕਬੀਰ ਦੀ ਬੰਸ਼ਾਵਲੀ, ਤੇ ਉਹ ਤਾਣੀ ਬੁਣ ਕੇ ਫਿਰ ਇਹ ਕੱਪੜੇ ਬੁਣੇ ਜਾਂਦੇ। ਤੇ ਕਈ ਵਾਰੀ ਜੇ ਤਾਣੀ ਉਲਝ ਜਾਣੀ, ਉਹ ਬੜਾ ਔਖਾ ਹੋ ਜਾਂਦਾ ਜੀਵਨ। ਹੁਣ ਇਸੇ ਤਰ੍ਹਾਂ ਸਾਡੇ ਜੀਵਨ ਦੀ ਤਾਣੀ ਉਲਝ ਚੁੱਕੀ ਹੈ। ਘਰ ਘਰ ਦੇ ਅੰਦਰ ਕਲੇਸ਼ ਨੇ, ਲੜਾਈਆਂ ਨੇ, ਝਗੜੇ ਨੇ, ਨਫ਼ਰਤ ਹੈ, ਈਰਖਾ ਹੈ, ਤੇ ਇੱਕ ਘਰ ਤੋਂ ਸ਼ੁਰੂ ਹੋ ਕੇ ਸੰਸਾਰ ਦੇ ਅੰਦਰ ਇਹ ਗੱਲਾਂ ਚੱਲ ਰਹੀਆਂ। ਜੀਵਨ ਦੀ ਤਾਣੀ ਉਲਝ ਚੁੱਕੀ ਹੈ ਤੇ ਸੁਲਝਾਉਣ ਦਾ ਯਤਨ ਹੋ ਰਿਹਾ, ਸੁਲਝਦੀ ਨਹੀਂ ਹੈ। ਹੁਣ ਕਲਗੀਧਰ ਪਾਤਸ਼ਾਹ ਦੇ ਬਚਨ ਆਪਾਂ ਨੂੰ ਇੱਥੇ ਮਹਾਰਾਜ ਸਮਝਾਉਣਗੇ ਕਿ ਜੇ ਅਸੀਂ ਕੂਰ ਦੀ ਕਿਰਿਆ ਅੰਦਰ ਉਲਝ ਗਏ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਸੀਂ ਉਸ ਮਾਲਿਕ ਦੇ ਭਗਵਾਨ ਦੇ ਭੇਦ ਨੂੰ ਨਹੀਂ ਜਾਣਿਆ, ਸਿਰਫ ਆ ਝੂਠ ਦੀ ਕਿਰਿਆ ਦੇ ਅੰਦਰ ਧਰਮ ਦੇ ਰਸਤੇ ਚੱਲ ਕੇ ਉਲਝ ਗਏ। ਤੇ ਇਹ ਤਾਣੀ ਜੀਵਨ ਦੀ ਉਲਝੀ ਹੋਈ ਹੈ। ਇਹਦਾ ਕਾਰਨ ਕੀ ਹੈ? ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਰਾਮ ਨਾਮ ਬਿਨ ਉਰਜ ਮਰੈ। ਪ੍ਰਭੂ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਇਨਸਾਨ ਉਲਝ ਗਈ ਤਾਣੀ। ਹੁਣ ਇਹ ਤਾਲੀ ਸਮਝਾਉਣ ਵਾਸਤੇ, ਕਿਉਂਕਿ ਜਿਉਂ-ਜਿਉਂ ਅਸੀਂ ਪ੍ਰਮਾਤਮਾ ਤੋਂ ਦੂਰ ਚਲੇ ਜਾਂਦੇ ਹਾਂ, ਜਿਹਦੇ ਬਾਰੇ ਪਾਤਸ਼ਾਹ ਗੁਰਬਾਣੀ 'ਚ ਆਪਾਂ ਨੂੰ ਸਮਝਾ ਰਹੇ ਹਨ, ਤੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ, ਪੋਖਰ ਨੀਰ ਪਖਾਲੀਐ ਮਾਖਣ ਨਹੀਂ ਰੀਸੈ। ਜਿਹੜੇ ਪ੍ਰਮਾਤਮਾ ਦੀ ਬੰਦਗੀ ਨੂੰ ਛੱਡ ਕੇ ਹੋਰ ਫੋਕਟ ਕਰਮਾਂ ਦੇ ਅੰਦਰ ਆਪਣਾ ਜੀਵਨ ਲੰਘਾ ਰਹੇ ਆ, ਮਹਾਰਾਜ ਜੀ ਕਹਿੰਦੇ ਉਹ ਮਾਇਆ ਦੀ ਸੇਵਾ 'ਚ ਲੱਗੇ ਨੇ। ਕਿਉਂਕਿ ਇੱਕ ਮਾਲਕ ਹੈ, ਇੱਕ ਬ੍ਰਹਮ ਹੈ, ਆ ਮਾਇਆ ਹੈ, ਦੋਨਾਂ ਦੇ ਨਾਲ ਇਹ ਸੰਸਾਰ ਚੱਲ ਰਿਹਾ। ਮਹਾਰਾਜ ਕਹਿੰਦੇ ਚੇਰੀ ਕੀ ਸੇਵਾ ਕਰੇ, ਮਾਇਆ ਨੂੰ ਚੇਰੀ ਕਹਿਤਾ। ਠਾਕੁਰ ਨਹੀਂ ਦੀਸੇ, ਠਾਕੁਰ ਦੀਂਦਾ ਨਹੀਂ। ਪੋਖਰ ਨੀਰ ਪਖਾਲੀ ਹੈ, ਮਾਖਣ ਨਹੀਂ ਰੀਸੈ। ਕਹਿੰਦੇ ਜਿਵੇਂ ਛੱਪੜ ਦੇ ਪਾਣੀ ਨੂੰ ਰਿੜਕੋ, ਉਹਦੇ ਚੋਂ ਦੁੱਧ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਇਹ ਫੋਕਟ ਕਰਮ ਕਰਨੇ ਜਾਂ ਛੱਪੜ ਦਾ ਪਾਣੀ ਰਿੜਕਣ ਬਰਾਬਰ ਆ। ਜਿਹੜੀ ਪ੍ਰਮਾਤਮਾ ਦੀ ਬੰਦਗੀ ਹੈ, ਸਹੀ ਗਿਆਨ ਲੈ ਕੇ ਉਸ ਮਾਲਕ ਦੇ ਨਾਲ ਪ੍ਰੇਮ ਪਾ ਕੇ ਉਹਦਾ ਜਾਪ ਕਰਨਾ, ਸੇਵਾ ਸਿਮਰਨ ਕਰਨੀ ਆ। ਇਹ ਕਰਨ ਨਾਲ ਜਿਵੇਂ ਦੁੱਧ ਚੋਂ ਘਿਓ ਨਿਕਲਦਾ, ਤੇ ਇਹ ਕਰਨ ਦੇ ਨਾਲ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਵਾਇਓ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਜੀ ਕਹਿੰਦੇ ਝੂਠ ਦੀ ਕਿਰਿਆ। ਤੇ ਇਸ ਕਰਕੇ ਗੁਰਮੁਖ ਪਿਆਰਿਓ, ਇਹ ਕਲਗੀਧਰ ਪਾਤਸ਼ਾਹ ਨੇ ਸਾਰੇ ਸਵਈਆਂ ਦੇ ਅੰਦਰ ਜਿਹੜੇ 10 ਨੇ, ਆਪਾਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ, ਇਹ ਸਾਨੂੰ ਬੜਾ ਅੱਛੀ ਤਰ੍ਹਾਂ, ਸੌਖੀ ਤਰ੍ਹਾਂ ਸਮਝਾਇਆ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਉਹਦਾ ਸਿਮਰਨ ਕਰਨਾ, ਉਹਦੀ ਸੇਵਾ ਕਰਨੀ ਹੈ, ਕਿਉਂਕਿ ਇਹੀ ਸਾਡੇ ਜੀਵਨ ਦਾ ਲਾਹਾ ਹੈ। ਜਪ ਰਾਮ ਨਾਮ ਮਨ ਲਾਹਾ, ਰਾਮ ਨਾਮ ਜਪ ਲਾਹਾ।
ਜੇ ਅਸੀਂ ਇਹ ਕਾਰਜ ਕਰਦੇ ਹਾਂ ਤਾਂ ਗੁਰਮੁਖ ਬਣ ਜਾਾਂਗੇ ਤੇ ਜਾਣ ਲੱਗੇ ਲਾਹਾ ਲੈ ਕੇ ਜਾਵਾਂਗੇ। ਗੁਰਮੁਖ ਲਾਹਾ ਲੈ ਗਏ। ਜੇ ਇਹਨਾਂ ਗੱਲਾਂ ਤੋਂ ਅਸੀਂ ਦੂਰ ਰਹਿ ਗਏ ਤੇ ਮਨਮੁਖ ਚੱਲੇ ਮੂਲ ਗਵਾਏ ਜੀਓ। ਇਸ ਕਰਕੇ ਆਪਾਂ ਖਿਆਲ ਰੱਖਣਾ, ਕਲਗੀਧਰ ਪਾਤਸ਼ਾਹ ਦੇ ਜੋ ਬਚਨ ਨੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਮਨਾਂ 'ਚ ਵਸ ਜਾਣ ਤੇ ਅਸੀਂ ਮਾਲਕ ਦੀ ਗੁਰਬਾਣੀ ਤੋਂ ਸੇਧ ਲੈ ਕੇ ਉਹ ਰਸਤੇ ਤੇ ਚੱਲੀਏ ਜਿਹਨੂੰ ਅਗਿਆਨਤਾ ਦੇ ਹਨੇਰੇ 'ਚ ਆਪਾਂ ਭੁੱਲ ਜਾਂਦੇ ਹਾਂ। ਪੰਥਾ ਪ੍ਰੇਮ ਨਾ ਜਾਣੀ, ਭੂਲੀ ਸਹਿ ਗੁਆਰ। ਇਸ ਕਰਕੇ ਗੁਰਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਤੇ ਜੋ ਪਾਤਸ਼ਾਹ ਦਾ ਹੁਕਮ ਹੈ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਨਾਲ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ। ਆਓ ਫਿਰ ਆਪਾਂ ਥੋੜਾ ਸਮਾਂ ਸਿਮਰਨ ਕਰ ਲਈਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ